ਪਰ ਦਸਵੈ ਪੂਰੇ। ਫਿਰ ਮਹਾਰਾਜ ਨੇ ਇਹਦੇ ਵਿੱਚ ਦੱਸਿਆ ਵੀ ਉਹ ਜਿਹੜਾ ਅਨਹਦ ਸੁੰਨ ਹੈ ਉਹ ਕਿਵੇਂ ਬੰਦੇ ਸਿੱਖ ਦੇ ਜੀਵਨ ਵਿੱਚ ਕਿਵੇਂ ਆਏਗੀ, ਜਾਂਚ ਦੱਸ ਦਿੱਤੀ ਸਾਰੀ। ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਹੁਣ ਕਰਨਾ ਤੇ ਆਪ ਹੀ ਹੈ ਨਾ, ਦੱਸਦੇ ਸਾਰਾ ਕੁਝ ਨੇ ਗੁਰੂ ਗ੍ਰੰਥ ਸਾਹਿਬ, ਪਰ ਸਾਡੇ ਸਿੱਖਾਂ ਦੇ ਵਿੱਚ ਚੱਕਰ ਇਹ ਆ ਵੀ ਇਹ 5-7 ਹੀ ਸ਼ਬਦ ਨੇ ਜਿਹੜੇ ਯਾਦ ਕਰਦੇ ਨੇ, ਅਗਾਂਹ ਤੇ ਜਾਂਦੇ ਹੀ ਕੋਈ ਨਹੀਂ, ਤੇ ਫਿਰ ਕਰਨਾ ਵੀ ਪੈਂਦਾ ਹੈ। ਮਹਾਰਾਜ ਇੱਥੇ ਜਾਚ ਦੱਸਦੇ ਨੇ ਕਿਵੇਂ ਤੁਸੀਂ ਜਾਣਾ ਸੁਣ ਤੱਕ। ਕਹਿੰਦੇ 9 ਸਰ ਸ਼ੁਭਰ ਦਸਵੇਂ ਪੂਰੇ। ਪਹਿਲਾਂ ਯਤਨ ਕਰੇ, ਇੰਨਾ ਸਿਮਰਨ ਕਰੇ, ਭਜਨ ਕਰੇ ਕਿ 9 ਸਰ ਨੇ ਨਾ ਜਿਹੜੇ 9 ਸਰ, ਆ 2 ਅੱਖਾਂ, 2 ਕੰਨ, 4 ਹੋ ਗਏ, 2 ਨਾਸਕਾਂ 6, 1 ਮੂੰਹ 7, ਤੇ 1 ਮਲ ਮੂਤਰ ਦਾ ਸਥਾਨ ਕਾਮ ਸੈਂਟਰ ਜਿਹੜਾ ਹੈ ਇਹ 9 ਹੋ ਗਏ। ਇਹ ਜਿਹੜੇ 9 ਸਰੋਵਰ ਨੇ ਇਹਨਾਂ ਨੂੰ ਸਿਮਰਨ ਕਰ ਕਰਕੇ ਤ੍ਰਿਪਤ ਕਰਦਾ ਹੈ। ਇਹਨਾਂ ਵਿੱਚ ਭੁੱਖ ਨਾ ਕੋਈ ਰਵੇ, ਅੱਖਾਂ ਵਿੱਚ ਵੇਖਣ ਦੀ ਭੁੱਖ ਨਾ ਰਹੇ, ਕੰਨਾਂ ਵਿੱਚ ਸੁਣਨ ਦੀ ਨਾ ਰਹੇ, ਮੂੰਹ ਵਿੱਚ ਖਾਣ ਦੀ ਨਾ ਰਵੇ, ਤੇ ਨਾਸਕਾ ਵਿੱਚ ਸੁੰਘਣ ਦੀ ਨਾ ਰਹੇ, ਤੇ ਕਾਮ ਵਿੱਚ, ਕਾਮ ਸੈਂਟਰ ਵਿੱਚ ਵਾਸ਼ਨਾ ਨਾ ਰਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਸਵੇਂ ਪੂਰੇ ਉਹਨਾਂ ਦਾ ਧਿਆਨ ਫਿਰ ਇਹਨਾਂ 9 ਵਿੱਚੋਂ ਹਟਣਾ ਸ਼ੁਰੂ ਹੋ ਜਾਂਦਾ, ਇਕੱਠਾ ਸ਼ੁਰੂ ਹੋ ਜਾਂਦਾ, ਇਕੱਠਾ ਹੋਣਾ। ਤੇ ਜਦੋਂ 9ਵੇਂ ਇਸ ਤਰ੍ਹਾਂ ਬੰਦ, ਜਦੋਂ ਜੀ ਕਰੇ ਤੁਸੀਂ ਇਹਨਾਂ ਨੂੰ ਡੈਡ ਬੰਦ ਕਰ ਲਓ ਤੇ ਧਿਆਨ ਹੱਥਾਂ ਵਿੱਚ ਆਉਣਾ ਸ਼ੁਰੂ ਹੋ ਜਾਂਦਾ, ਸੁਰਤੀ ਇਕੱਠੀ ਹੋ ਜਾਂਦੀ 10ਵੇਂ ਦੇ ਵਿੱਚ। ਅਨਹਤ ਸੁਨ ਬਜਾਵਹਿ ਤੂਰੇ। ਉਸ ਅਵਸਥਾ ਵਿੱਚ ਧਿਆਨ ਦੇ ਵਿੱਚ ਅਨਹਦ ਸੁਨ ਵੱਜਦੀ, ਤੂਰੇ ਵੱਜਦੇ ਨੇ, ਫਿਰ ਨਾਦ ਵੱਜਦੇ ਹਨ। ਸੱਚੇ ਰਾਚੇ ਦੇਖ ਹਜੂਰੇ। ਉਸ ਹਜ਼ੂਰੀ ਦੇ ਵਿੱਚ ਵੇਖ ਕੇ ਸੱਚੇ ਦੇ ਨਾਮ ਦੇ ਵਿੱਚ ਰਚ ਜਾਂਦੇ ਨੇ ਗੁਰਮੁਖ। ਘਟ ਘਟ ਸੱਚ ਰਹਿਆ ਭਰਪੂਰੇ। ਉਹ ਸੱਚ ਜਿਹੜਾ ਦਸਮ ਦੇ ਅੰਦਰ ਸੀ ਉਹੀ ਬਾਹਰ ਹੀ ਪ੍ਰਗਟ ਹੋ ਜਾਂਦਾ, ਪ੍ਰਕਾਸ਼ ਰੂਪ। ਗੁਪਤੀ ਬਾਣੀ ਪ੍ਰਗਟ ਹੋਏ। ਜਿਹੜੀ ਗੁਪਤ ਬਾਣੀ ਸੀ ਸਰੀਰ ਦੇ ਅੰਦਰ ਸੁਣੀਂਦੀ ਨਹੀਂ ਸੀ, ਉਹ ਪ੍ਰਗਟ ਹੋ ਗਈ। ਹੁਣ ਗੁਰੂ ਕਾ ਸਿੱਖ ਸੁਣੀ ਜਾਂਦਾ ਉਸ ਨੂੰ। ਨਾਨਕ ਪਰਖ ਲਏ ਸੱਚ ਸੋਏ। ਮਹਾਰਾਜ ਕਹਿੰਦੇ ਪਰਖ ਲੈਂਦਾ ਹੈ, ਨਾਨਕ ਪਰਖ ਲਏ ਸੱਚ ਸੋਏ। ਸੱਚਾ ਵਾਹਿਗੁਰੂ ਪਰਖ ਲੈਂਦਾ ਤੇ ਗੁਰੂ ਕਾ ਸਿੱਖ ਆਪਣੇ ਆਪ ਨੂੰ ਪਰਖ ਲੈਂਦਾ ਵੀ ਆ ਗਿਆ ਕੰਮ ਨੇੜੇ ਹੁਣ। ਸਹਜ ਪਾਏ ਮਿਲਿਆ ਸੁਖ ਹੋਵੇ। ਪਰ ਇਹ ਕੋਈ ਹੱਠ ਦਾ ਕੰਮ ਨਹੀਂ ਹੈ। ਗੁਰੂ ਸਾਹਿਬ ਨੇ ਅੱਗੇ ਆਪਣੀ ਗੱਲ ਕਹਿ ਦਿੱਤੀ ਵੀ ਇਹ ਹੱਠ ਯੋਗ ਦੇ ਨਾਲ ਦਸਮ ਦੁਆਰਾ ਨਹੀਂ ਖੋਲ੍ਹਣਾ, ਸਹਿਜੇ ਸਹਿਜੇ ਹੋਵੇ, ਆਪਣੇ ਆਪ ਜ਼ੋਰ ਨਾ ਲਾ ਪੈਣਾ ਕਿਤੇ ਵੀ ਹੁਣੇ ਹੀ ਇੱਥੇ ਅਨਹਦ ਨਾਦ ਦਾ ਖਾੜਾ ਵੱਜੀ ਜਾਏ। ਇਹ ਤਾਂ ਦਾਤ ਹੈ, ਗੁਰੂ ਦੀ ਦੇਣ ਤੇ ਆਵੇ ਤੇ ਦੇਦਾ ਹੈ। ਜ਼ੋਰ ਲਾਉਣ ਵਾਲੇ ਬਥੇਰੇ ਸਾਡੇ ਵਿੱਚ ਵੀ ਤੁਰੇ ਨੇ। ਹੁਣ ਕਹਿੰਦੇ ਕੈਂਪ ਲਾਉਂਦੇ ਆ, ਤੇ ਆਹ ਦੂਜਿਆਂ ਨੂੰ ਤੇ ਸਿੱਖ ਹੀ ਨਹੀਂ ਸਮਝਦੇ। ਉਹ ਜਿਹੜੇ ਨਹੀਂ ਕੈਂਪ ਵਿੱਚ ਜਾਂਦੇ ਕਹਿੰਦੇ ਇਹਨਾਂ ਨੂੰ ਤੇ ਪਤਾ ਹੀ ਕੋਈ ਨਹੀਂ ਸਿੱਖੀ ਦਾ। ਸਿੱਖੀ ਤੇ ਹੁਣ ਅਸੀਂ ਨਵੀਂ ਸ਼ੁਰੂ ਕਰਨ ਲੱਗੇ ਹਾਂ ਵੀ ਜਿਹੜੀ ਪਿਛਲੇ 500 ਸਾਲ ਤੋਂ ਚੱਲਦੀ ਉਹ ਤਾਂ ਉਹਨਾਂ ਨੂੰ ਤੇ ਪਤਾ ਨਹੀਂ ਸੀ ਸਾਰਿਆਂ ਨੂੰ। ਮਹਾਰਾਜ ਕਹਿੰਦੇ ਨਹੀਂ, ਹੱਠ ਨਹੀਂ ਹੈ ਇਹਦੇ ਵਿੱਚ, ਅਰਦਾਸ ਹੈ। ਕਿਉਂਕਿ ਸਾਚ ਕਹੋ ਅਰਦਾਸ ਹਮਾਰੀ, ਅਰਦਾਸ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ। ਕਹਿੰਦੇ ਸਹਿਜ ਪਾਏ, ਸਹਿਜੇ ਸਹਿਜੇ ਹੌਲੀ ਹੌਲੀ ਮਿਲੀਐ। ਇਸ ਤਰ੍ਹਾਂ ਮਿਲਾਪ ਹੋ ਜਾਂਦਾ, ਸੁਖ ਪ੍ਰਾਪਤ ਹੁੰਦਾ ਹੈ। ਗੁਰਮੁਖ ਜਾਗੈ ਨੀਂਦ ਨਾ ਸੋਵੈ। ਗੁਰਮੁਖ ਦਾ ਮਨ ਸੰਸਾਰ ਦੇ ਪਦਾਰਥਾਂ ਦੀ ਨੀਂਦ ਵਿੱਚ ਨਹੀਂ ਸੌਂਦਾ, ਜਾਗਦਾ ਰਹਿੰਦਾ ਸਦਾ। ਸੁਨ ਸ਼ਬਦ ਅਪਰੰਪਰ ਧਾਰੈ। ਇਸ ਤਰ੍ਹਾਂ ਜਿਹੜਾ ਸੁਨ ਦੇ ਵਿੱਚ ਜਿਹੜਾ ਸ਼ਬਦ ਹੈ, ਉਹ ਜਿਹੜੀ ਧੁਨੀ ਹੈ, ਉਹ ਅਪਰੰਪਰ ਨੇ ਧਾਰਿਆ ਹੋਇਆ ਆਪਣੇ ਵਿੱਚ। ਅੱਗੇ ਕਨੈਕਸ਼ਨ ਉਹਦਾ ਅਪਰੰਪਰ ਵਾਹਿਗੁਰੂ ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਉਹਦੇ ਨਾਲ ਹੈ ਸ਼ਬਦ ਦਾ। ਕਹਤੇ ਮੁਕਤ ਸ਼ਬਦ ਨਿਸਤਾਰੈ। ਇਸ ਤਰ੍ਹਾਂ ਜਿਹੜੇ ਕਹਿੰਦੇ ਹਨ ਉਹ ਸ਼ਬਦ ਨੂੰ ਜਪਦੇ, ਭਾਵ ਨਾਮ ਨੂੰ, ਗੁਰੂ ਦੇ ਦਿੱਤੇ ਹੋਏ ਨੂੰ, ਉਹ ਮੁਕਤੀ ਪ੍ਰਾਪਤ ਕਰ ਲੈਂਦਾ। ਸ਼ਬਦ ਦੀ ਕਮਾਈ ਕਰਕੇ ਨਿਸਤਾਰਾ ਹੋ ਜਾਂਦਾ ਉਹਨਾਂ ਦਾ। ਗੁਰ ਕੀ ਦੇਖਿਆ ਸੇ ਸਚ ਰਾਤੇ। ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦੀਖਿਆ ਦਿੱਤੀ, ਸਿੱਖਿਆ ਦਿੱਤੀ ਹੈ, ਨਾਮ ਦੀਖਿਆ, ਮੈਨੇ ਨਾਮ ਦੇਣਾ, ਜਿਵੇਂ 5 ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੰਦੇ ਸਿੱਖਾਂ ਨੂੰ, ਇਸ ਤਰ੍ਹਾਂ ਦੀਖਿਆ ਲੈ ਕੇ ਸੱਚੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ। ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਗਵਾ ਦਿੱਤਾ ਹੈ ਉਹਨਾਂ ਨੂੰ ਮਿਲਣ ਦੇ ਵਿੱਚ ਕੋਈ ਭ੍ਰਾਂਤੀ ਭਟਕਣਾ ਨਹੀਂ ਫਿਰ ਹੁੰਦੀ, ਮਨ ਮਿਲ ਜਾਂਦਾ ਨਾਮ ਦੇ ਵਿੱਚ। ਬੁੱਧ ਚਵਾਵੇ ਸੋ ਕਿਤ ਠਾਏ। ਮਹਾਰਾਜ ਕਹਿੰਦੇ ਜਿਹੜਾ ਅੰਦਰੋਂ ਬੁੱਧ ਚਵਾਵੇ, ਚਵਾਵੇ ਦੇ ਅਰਥ ਇੱਥੇ ਹੋਣਗੇ ਚੁਕਾਵੇ, ਖਤਮ ਕਰ ਦੇਵੇ। ਸੋ ਕਿਤ ਠਾਏ, ਉਹ ਕਿਹੜੀ ਥਾਂ ਹੈ ਜਿੱਥੋਂ ਕਬੁੱਧ ਭੈੜੀ ਮੱਤ ਨੂੰ ਅੰਦਰੋਂ ਚੁੱਕ ਦੇਈਦਾ ਹੈ। ਕਿਉ ਤਤ ਨ ਬੁਝੈ ਚੋਟਾ ਖਾਏ। ਕਿਉਂ ਨਹੀਂ ਇਹ ਤਤ ਨੂੰ ਬੁਝਦਾ ਮਨੁੱਖ ਤੇ ਚੋਟਾਂ ਖਾਈ ਜਾਂਦਾ, ਵਿਕਾਰਾਂ ਦੀਆਂ ਸਵਾਲ ਕਰੀ ਜਾਂਦੇ ਹਨ। ਜਮਦਰ ਬਾਧੇ ਕੋਈ ਨਾ ਰੱਖੈ। ਜੇ ਇਹ ਕੀ ਕਾਰਨ ਹੈ ਕਿ ਜਮਾਂ ਦੇ ਦਰ ਤੇ ਬੱਧੇ ਹੋਏ ਨੂੰ ਕੋਈ ਰੱਖ ਨਹੀਂ ਸਕਦਾ, ਬਚਾ ਨਹੀਂ ਸਕਦਾ ਕੋਈ। ਬਿਨ ਸ਼ਬਦੈ ਨਾਹੀ ਪਤ ਸਾਖੈ। ਮਹਾਰਾਜ ਨਾਲੋਂ ਨਾਲ ਜਵਾਬ ਵੀ ਦੇਈ ਆਉਂਦੇ ਹਨ। ਕਹਿਣ ਲੱਗੇ ਸ਼ਬਦ ਵਿੱਚ ਜੁੜਨ ਤੋਂ ਬਿਨਾਂ ਕੋਈ ਪਤ ਸਾਖ ਨਹੀਂ ਰੱਖ ਸਕਦਾ, ਇੱਜ਼ਤ
ਜਿੱਤ ਨਹੀਂ ਬਚਾ ਸਕਦਾ ਸ਼ਬਦ ਤੋਂ ਬਿਨਾ। ਕਿਉ ਕਰ ਬੂਝੈ ਪਾਵੈ ਪਾਰ। ਮਹਾਰਾਜ ਕਹਿੰਦੇ ਕਿਵੇਂ ਬੁੱਝੇ ਸਚਾਈ ਨੂੰ, ਵੀ ਪਦਾਰਥਾਂ ਨਾਲ ਮੋਹ ਨਹੀਂ ਕਰਨਾ ਤੇ ਨਾਮ ਨਾਲ ਹੀ ਕਰਨਾ ਹੈ, ਤੇ ਪਾਰਲਾ ਕੰਢਾ ਕਿਵੇਂ ਪ੍ਰਾਪਤ ਕਰੇ। ਨਾਨਕ ਮਨ ਮੁਖ ਨ ਬੁਝੈ ਗਵਾਰ। ਮਹਾਰਾਜ ਕਹਿੰਦੇ ਮਨਮੁਖ ਨਹੀਂ ਬੁੱਝ ਸਕਦਾ, ਕਿਉਂਕਿ ਤੁਰਦੇ ਹੀ ਮਨ ਦੇ ਪਿੱਛੇ ਹੈ। ਬੁੱਧ ਮਿਟੈ ਗੁਰ ਸ਼ਬਦ ਵਿਚਾਰ। ਹੁਣ ਜਵਾਬ ਦੇ ਰਹੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਕਬੁੱਧ ਭੈੜੀ ਮਤ ਮਿਟਦੀ ਏ ਗੁਰੂ ਕੇ ਸ਼ਬਦ ਦੇ ਵਿਚਾਰ ਦੇ ਰਾਹੀਂ। ਸਤਿਗੁਰ ਭੇਟੈ ਮੁਖ ਦੁਆਰ। ਪੂਰੇ ਸਤਿਗੁਰ ਨੂੰ ਭੇਟਣ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮੁਕਤੀ ਦਾ ਦਰਵਾਜ਼ਾ ਖੁੱਲ ਜਾਂਦਾ ਏ। ਤਤ ਨ ਚੀਨੈ ਮਨ ਮੁਖ ਜਲ ਜਾਏ। ਪਰ ਜਿਹੜੇ ਮਨਮੁਖ ਨੇ ਉਹ ਇਸ ਤੱਤ ਨੂੰ ਨਹੀਂ ਸਮਝਦੇ, ਅਸਲੀਅਤ ਨੂੰ ਨਹੀਂ ਸਮਝਦੇ, ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਬਲ ਜਾਂਦੇ ਹਨ। ਗੁਰਮਤਿ ਵਿਛੜ ਚੋਟਾ ਖਾਏ। ਇਸ ਤਰ੍ਹਾਂ ਭੈੜੀ ਮੱਤ ਦੇ ਪਿੱਛੇ ਲੱਗ ਕੇ ਵਿਛੋੜੇ ਵਿੱਚ ਫਸ ਕੇ ਚੋਟਾਂ ਖਾਂਦੇ ਫਿਰਦੇ ਵਿਕਾਰਾਂ ਦੀਆਂ। ਮਾਨੈ ਹੁਕਮ ਸਭੇ ਗੁਣ ਗਿਆਨ। ਜਿਹੜਾ ਗੁਰੂ ਦਾ ਹੁਕਮ ਮੰਨ ਕੇ ਜੀਵਨ ਜਿਉਂਦਾ ਹੈ, ਉਹ ਸਾਰੇ ਗੁਣ ਤੇ ਸਾਰਾ ਗਿਆਨ ਉਹਦੀ ਝੋਲੀ ਵਿੱਚ ਆਣ ਪੈਂਦਾ ਹੈ। ਨਾਨਕ ਦਰਗਹ ਪਾਵੈ ਮਾਨ। ਇਸ ਤਰ੍ਹਾਂ ਵਾਹਿਗੁਰੂ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਗੁਰਸਿੱਖਾਂ ਨੂੰ। ਸਾਚ ਵਖਰ ਤਨ ਪੱਲੇ ਹੋਏ। ਸੱਚੇ ਨਾਮ ਦਾ ਧਨ ਜਿਹੜਾ ਹੈ ਉਹਨਾਂ ਦੇ ਪੱਲੇ ਵਿੱਚ ਹੁੰਦਾ ਗੁਰਸਿੱਖਾਂ ਦੇ। ਆਪ ਤਰੈ ਤਾਰੇ ਪੀ ਸੋਏ। ਉਹ ਆਪ ਵੀ ਤਰ ਜਾਂਦਾ ਤੇ ਤਾਰੇ ਵੀ ਸੋਏ। ਜਿਹੜੇ ਸੰਗੀ ਨੇ ਉਹਨਾਂ ਨੂੰ ਵੀ ਤਾਰ ਲੈਂਦਾ ਗੁਰਮੁਖ। ਸਹਜ ਰਤਾ ਬੂਝੈ ਪਤ ਹੋਏ। ਮਹਾਰਾਜ ਕਹਿੰਦੇ ਸਹਿਜ ਦੇ ਵਿੱਚ ਰੰਗਿਆ ਜਾਂਦਾ ਉਹਦਾ ਜੀਵਨ, ਔਰ ਪਰਮੇਸ਼ਰ ਦੇ ਨਾਮ ਨੂੰ ਬੁੱਝ ਲੈਂਦਾ, ਉੱਚੀ ਪੱਤ ਪ੍ਰਾਪਤ ਕਰ ਲੈਂਦਾ ਹੈ। ਤਾਂ ਕੀ ਕੀਮਤ ਕਰੈ ਨ ਕੋਏ। ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਗੁਰਮੁਖ ਦੇ ਜੀਵਨ ਦੀ ਤੇ ਨਾਮ ਦੀ। ਜਹ ਦੇਖਾ ਤਹ ਰਹਿਆ ਸਮਾਏ। ਜਿੱਥੇ ਵੀ ਵੇਖਦਾ ਗੁਰਮੁਖ ਉੱਥੇ ਹੀ ਨਾਮ ਸਮਾਇਆ ਹੋਇਆ, ਉਹਦੀ ਧੁਨੀ ਉੱਥੋਂ ਹੀ ਆਵਾਜ਼ ਆ ਰਹੀ ਹੈ। ਨਾਨਕ ਪਾਰ ਪਰੈ ਸਚ ਭਾਏ। ਇਸ ਤਰ੍ਹਾਂ ਪਾਰ ਲੰਘ ਜਾਂਦਾ ਵਿਕਾਰਾਂ ਦੇ ਸਮੁੰਦਰ ਤੋਂ, ਸੱਚੀ ਭਾਵਨਾ ਹੋਣ ਕਰਕੇ ਅੰਦਰ। ਸੋ ਸ਼ਬਦ ਕਾ ਕਹਾ ਵਾਸ ਕਥੀਅਲੇ। ਜਿਤ ਤਰੀਐ ਭਵਜਲ ਸੰਸਾਰੋ। ਇੱਥੋਂ ਹੁਣ 58 ਨੰਬਰ ਤੋਂ ਅੱਗੇ ਫਿਰ ਸਵਾਲ ਫਿਰ ਸਿੱਧਾ ਨੇ ਸ਼ੁਰੂ ਕਰਤੇ ਨੇ। ਫਿਰ ਤਗੜੇ ਹੋ ਕੇ ਪਹਿਲਾਂ ਤਾਂ ਚੁੱਪ ਕਰ ਰਹਿੰਦੇ ਵੀ ਇਹ ਤੇ ਵਿਗੇੜਾ ਨਹੀਂ ਖਾਣ ਦਿੰਦਾ ਬਈ, ਤਾਂ ਹੁਣ ਫਿਰ ਸ਼ੁਰੂ ਕੀਤਾ। ਵਿੱਚੋਂ ਕੋਈ ਉੱਠਿਆ, ਕਹਿਣ ਲੱਗੇ ਵੀ ਕਰੋ ਕੁਝ। ਇਹ ਤੇ ਕੱਲਾ ਮੁੰਡਾ ਜੀ ਆਇਆ ਤੇ ਸਾਰੇ ਬੁੱਢੇ ਗੁੱਠੇ ਲਾਤੇ, ਤੇ ਹੁਣ ਕਰੋ ਕੋਈ ਸਵਾਲ। ਫਿਰ ਉੱਠਿਆ, ਉਹਨੇ ਕਿਹਾ ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ। ਕਹਿਣ ਲੱਗੇ ਜਿਹੜਾ ਤੁਸੀਂ ਸ਼ਬਦ ਕਹਿੰਦੇ ਹੋ ਘੜੀ ਮੁੜੇ ਵੀ ਸ਼ਬਦ ਹੀ ਸਾਡਾ ਗੁਰੂ ਹੈ, ਸ਼ਬਦ ਹੀ ਸਾਡਾ ਗੁਰੂ ਹੈ, ਇਹ ਦੱਸੋ ਵੀ ਉਸ ਸ਼ਬਦ ਦਾ ਵਾਸ ਕਿੱਥੇ ਹੈ, ਨਿਵਾਸ ਕਿੱਥੇ, ਸਰੀਰ ਦੇ ਅੰਦਰ ਹੈ ਕਿ ਬਾਹਰ ਹੈ, ਕਿ ਕਿੱਥੇ ਰਹਿੰਦਾ ਉਹ ਸ਼ਬਦ। ਤ੍ਰੈ ਸਤ ਅੰਗੁਲ ਵਾਈ ਕਹੀਐ। ਜਿਤ ਤਰੀਐ ਭਵਜਲ ਸੰਸਾਰੋ, ਇਹਦੇ ਅਰਥ ਰਹਿੰਦੇ ਨੇ ਜੀ। ਜਿਤ ਭਵਜਲ, ਜਿਹੜੇ ਸ਼ਬਦ ਦੇ ਰਾਹੀਂ ਤੁਸੀਂ ਕਹਿੰਦੇ ਭਵਜਲ ਤਰ ਜੀਦਾ ਹੈ, ਉਹ ਸ਼ਬਦ ਦਾ ਵਾਸ ਕਿੱਥੇ ਹੈ। ਤ੍ਰੈ ਸਤ ਅੰਗੁਲ ਵਾਈ ਕਹੀਐ। ਜਿਹੜੀ ਯੋਗ ਮਤ ਵਾਲੇ ਵੀ ਕਹਿੰਦੇ, ਇਹਨੂੰ ਯੋਗ ਵਿਗਿਆਨ ਦੀ ਗੱਲ ਕਰਦਾ ਬਹੁਤੀ, ਉਹ ਕਹਿੰਦੇ ਤ੍ਰੈ ਸਤ ਅੰਗੁਲ ਵਾਈ ਕਹੀਐ। ਤ੍ਰੈ ਤੇ ਸੱਤ 10 ਹੋ ਗਏ, ਤੇ ਉਂਗਲ 10 ਉਂਗਲਾਂ ਜਿਵੇਂ ਆਪਾਂ ਇਸ ਤਰ੍ਹਾਂ ਜੋੜ ਲਈਏ, 4 ਤੇ 4 8 ਹੋ ਗਈਆਂ, ਤੇ 2 ਹੋਰ ਨਾਲ ਕਰ ਲਓ। ਇੰਨਾ ਜਦੋਂ ਬੰਦਾ ਸਵਾਸ ਲੈ ਕੇ ਇਸ ਤਰ੍ਹਾਂ ਬਾਹਰ ਛੱਡਦਾ ਇਹਨਾਂ, ਤੇ ਕਹਿੰਦੇ ਵੀ ਸਵਾਸ ਇਸੋਂ ਇਸ ਤਰ੍ਹਾਂ ਇੰਨੀ ਕੁ ਦੂਰ ਜਾਂਦਾ ਹੈ, 10 ਕੁ ਉਂਗਲਾਂ ਤੱਕ ਦੂਰ ਜਾਂਦਾ, ਤੇ ਉਹਦੇ ਵਿੱਚ ਹੀ ਪ੍ਰਾਣਾਂ ਦਾ ਜਿਹੜੀ ਪਾਵਰ ਹੈ ਉਹਦੀ ਬੈਕ 'ਚ ਹੁੰਦੀ ਸਾਰੀ। ਤ੍ਰੈ ਸਤ ਅੰਗੁਲ ਵਾਈ ਕਹੀਐ। ਜੋਗੀ ਕਹਿੰਦੇ ਵੀ ਇਹ ਜਿਹੜਾ 10 ਉਂਗਲਾਂ ਵਾਲਾ ਸਵਾਸ ਕਹਿੰਦੇ ਹਨ, ਤਿਸ ਕਹੋ ਕਵਨ ਆਧਾਰੋ। ਕਹਿੰਦੇ ਮਹਾਰਾਜ ਇਹ ਦੱਸੋ ਤੁਸੀਂ ਕਿਰਪਾ ਕਰਕੇ ਵੀ ਉਹਦਾ ਆਧਾਰ ਕੀ ਹੈ, ਵੀ ਅੰਦਰੋਂ ਆਉਂਦਾ ਕਿੱਥੋਂ ਹੈ, ਕਿਹੜੀ ਚੀਜ਼ ਜਿਹੜੀ ਨਵੇਂ ਤੋਂ ਨਵਾਂ ਸਵਾਸ ਕੱਢੀ ਜਾਂਦੀ ਬਾਹਰ ਨੂੰ। ਬੋਲੇ ਖੇਲੇ ਅਸਥਿਰ ਹੋਵੇ। ਉਹ ਬੋਲੇ ਖੇਲੇ ਅੰਦਰਲਾ ਕੌਣ ਹੈ ਜਿਹੜਾ ਬੋਲਦਾ ਵਿੱਚੋਂ, ਅੰਦਰ ਖੇਡਾਂ ਖੇਡੀ ਜਾਂਦਾ, ਸੋਚਦਾ ਵਿਚਾਰਦਾ, ਸੌਂਦਾ, ਕਦੀ ਕਹਿੰਦਾ ਮੈਂ ਆਹ ਖਾਣਾ, ਉਹ ਕੌਣ ਹੈ ਜਿਹੜਾ ਅਸਥਿਰ ਹੋਵੇ। ਇਹ ਜਿਹੜਾ ਭੱਜਦਾ ਦੌੜਦਾ ਮਨ ਕਿਵੇਂ ਅਸਥਿਰ ਟਿਕ ਸਕਦਾ ਹੈ। ਕਿਉ ਕਰ ਅਲਖ ਲਖਾਏ। ਕਿਵੇਂ ਉਸ ਅਲਖ ਜੋ ਲਿਖਿਆ ਨਹੀਂ ਜਾਂਦਾ, ਦਿਸਦਾ ਨਹੀਂ, ਉਹਨੂੰ ਕਿਵੇਂ ਵੇਖ ਲਈਦਾ ਅੰਦਰੋਂ। ਸੁਣ ਸੁਆਮੀ ਸਚ ਨਾਨਕ ਪ੍ਰਣਵੈ। ਸੁਣ ਸੁਆਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਇੱਥੇ ਕਹਿੰਦੇ ਵੀ ਸੁਆਮੀ ਸੁਣ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਸਚ ਨਾਨਕ ਪ੍ਰਣਵੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਈ, ਕਹਿੰਦੇ ਆਪਣੇ ਮਨ ਨੂੰ ਸਮਝਾਓ ਭਾਈ ਸਿੱਧੋ ਸਾਰੇ,
ਤੇ ਹੁਣ ਸੁਣੋ ਤੁਸੀਂ ਧਿਆਨ ਦੇ ਨਾਲ। ਗੁਰਮੁਖ ਸ਼ਬਦੇ ਸੱਚ ਲਿਵ ਲਾਗੈ। ਗੁਰਮੁਖ ਦੀ ਸ਼ਬਦ ਦੇ ਰਾਹੀਂ ਸੱਚੇ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ ਕਰ ਨਦਰੀ ਮੇਲ ਮਿਲਾਏ। ਔਰ ਨਦਰੀ ਮੇਲ ਮਿਲਾਉਂਦਾ ਸੱਚਾ ਪਾਤਸ਼ਾਹ। ਆਪੇ ਦਾਨਾ ਆਪੇ ਬੀਨਾ। ਆਪ ਹੀ ਉਹ ਸਿਆਣਾ ਬੜਾ ਹੈ, ਆਪ ਹੀ ਆਪਣੇ ਸਿੱਖ ਨੂੰ ਪਿਆਰ ਨਾਲ ਵੇਖਦਾ ਹੈ। ਪੂਰੇ ਭਾਗ ਸਮਾਏ। ਤੇ ਪੂਰੇ ਭਾਗ ਜਦੋਂ ਹੋਣ ਤੇ ਸ਼ਬਦ ਵਿੱਚ ਸੁਰਤੀ ਸਮਾ ਜਾਂਦੀ ਗੁਰੂ ਕੇ ਸਿੱਖਾਂ ਦੀ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ। ਇੱਥੇ ਹੁਣ ਗੁਰੂ ਸਾਹਿਬ ਨੇ ਉੱਪਰ ਵਾਲੇ ਦਾ ਜਵਾਬ ਦਿੱਤਾ ਹੈ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਵੀ ਉਹ ਸ਼ਬਦ ਕਿੱਥੇ ਰਹਿੰਦਾ ਜਿਹਨੂੰ ਤੁਸੀਂ ਗੁਰੂ ਕਹਿੰਦੇ ਹੋ। ਹੁਣ ਮਹਾਰਾਜ ਦੱਸ ਰਹੇ ਨੇ ਵੀ ਕਿੱਥੇ ਰਹਿੰਦਾ ਉਹਦਾ ਨਿਵਾਸ। ਪਿੱਛੇ ਵੀ ਵਿੱਚ ਉਹਨਾਂ ਨੇ ਉਪਦੇਸ਼ ਸਰਸਰਾ ਜਿਹਾ ਯਾਨੀ ਕਿ ਸੰਖੇਪ ਜਿਹਾ ਦਿੱਤਾ ਸੀ, ਪਰ ਹੁਣ ਸਪੈਸ਼ਲ ਜਵਾਬ ਦੇਣ ਲੱਗੇ ਨੇ ਮਹਾਰਾਜ। ਕਹਿੰਦੇ ਸਿੱਧੋ ਸੁਣੋ, ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ। ਉਹ ਸ਼ਬਦ ਜਿਹੜਾ ਹੈ ਇੱਕ ਤੇ ਨਿਰੰਤਰ ਦਾ ਮਤਲਬ ਹੁੰਦਾ ਜਿਹਦੇ ਵਿੱਚ ਗਾਇਬ ਕੋਈ ਨਾ ਹੋਵੇ, ਵਿਰਲ ਕੋਈ ਨਾ ਹੋਵੇ। ਸਾਰੇ ਥਾਵਾਂ ਤੇ ਉਹ ਜਿਹੜਾ ਗੁਰੂ ਜਿਹਨੂੰ ਅਸੀਂ ਕਿਹਾ ਹੈ ਨਾ, ਉਹਦੇ ਤੋਂ ਥਾਂ ਖਾਲੀ ਕੋਈ ਨਹੀਂ। ਤੇ ਵਾਸ ਅਲਖੰ, ਉਹਦਾ ਜਿਹੜਾ ਨਿਵਾਸ ਹੈ, ਉਹਦੀ ਜਿਹੜੀ ਹੋਂਦ ਹੈ ਉਹ ਅਲਖੰਗ ਹੈ, ਯਾਨੀ ਕਿ ਲਖੀ ਨਹੀਂ ਜਾਂਦੀ, ਦਿਸਦੀ ਨਹੀਂ। ਇੱਥੇ ਇੱਕ ਇਹ ਵੀ ਬਿਲਕੁਲ ਸਾਫ਼ ਹੋ ਗਿਆ ਕਿ ਸ਼ਬਦ ਦੇ ਅਰਥ ਸਿਰਫ ਤੁਸੀਂ ਸਿੱਖਿਆ ਨਹੀਂ ਕਰ ਸਕਦੇ, ਸਿਰਫ ਗਿਆਨ ਨਹੀਂ ਕਰ ਸਕਦੇ, ਕਿਉਂਕਿ ਗਿਆਨ ਨੂੰ ਸਿੱਖਿਆ ਨੂੰ ਤੇ ਵੇਖੀਦਾ ਸਿਰਫ, ਜਾਂ ਕਿਤੇ ਲਿਖਿਆ ਹੁੰਦਾ ਹੈ, ਜਾਂ ਕਿਤੇ ਆਪਾਂ ਸੁਣਦੇ ਹਾਂ ਕਿਸੇ ਟੇਪ ਰਿਕਾਰਡ ਦੇ ਵਿੱਚੋਂ। ਪਰ ਮਹਾਰਾਜ ਕਹਿੰਦੇ ਉਹ ਸ਼ਬਦ ਜਿਹੜਾ ਸਾਡਾ ਗੁਰੂ ਹੈ ਨਾ, ਅਲੱਖ ਹੈ, ਉਹ ਦਿਸਦਾ ਨਹੀਂ ਬਿਲਕੁਲ। ਜਹ ਦੇਖਤ ਹਸੋਏ। ਕਹਿੰਦੇ ਅੱਖ ਚੁੱਕ ਕੇ ਜਿੱਧਰ ਵੀ ਵੇਖਨੇ ਆ ਉੱਥੇ ਹੀ ਉਹਦੇ ਦਰਸ਼ਨ ਹੁੰਦੇ ਹਨ। ਪਵਨ ਕਾ ਵਾਸਾ ਸੁਨਨ ਨਿਵਾਸਾ। ਤੇ ਜਿਹੜਾ ਤੁਸੀਂ ਕਹਿੰਦੇ ਹੋ ਪਵਨ ਕਿੱਥੇ ਰਹਿੰਦਾ ਹੈ, ਪਵਨ ਦਾ ਨਿਵਾਸ ਸੁੰਨ ਦੇ ਵਿੱਚ। ਜਿਹੜੀ ਸੁੰਨ ਅੰਦਰ ਕਿਹਾ ਨਾ ਵੀ ਅੰਤਰ ਸੁੰਨੰਗ ਬਾਹਰ ਸੁੰਨੰਗ, ਉਹ ਸੁੰਨ ਦੇ ਵਿੱਚ ਪਵਨ ਆਪਣਾ ਪੈਰ ਰੱਖੀ ਫਿਰਦਾ ਹੈ। ਕਲ ਕਲਾ ਤਰਸੋਏ। ਉਹ ਹੀ ਜਿਹੜੀ ਕਲਾ ਹੈ, ਕਲ ਕਲਾ ਹੈ ਪਵਨ ਦੀ ਤੇ ਸੁੰਨ ਦੀ ਤੇ ਇਹਦੀ ਅਨਹਦ ਨਾਦ ਦੀ, ਇਹ ਸਾਰੀ ਚਲਾ ਰਹੀ ਹੈ ਸੰਸਾਰ ਨੂੰ। ਨਦਰ ਕਰੇ ਸ਼ਬਦ ਘਟ ਮਹਿ ਵਸੈ। ਨਦਰ ਕਰੇ ਸ਼ਬਦ ਘਟ ਮੈਂ ਵਸੈ। ਜੇ ਵਾਹਿਗੁਰੂ ਗੁਰੂ ਕਿਰਪਾ ਕਰਦਾ ਹੈ ਤੇ ਉਹਦਾ ਜਿਹੜਾ ਸ਼ਬਦ ਹੈ ਨਾ, ਬਾਹਰੋਂ ਸ਼ਬਦ ਘਟ ਮੈਂ ਵਸੈ, ਹਿਰਦੇ ਵਿੱਚ ਵਸ ਜਾ ਗੁਰਬਾਣੀ ਰੂਪੀ ਸ਼ਬਦ। ਵਿੱਚੋਂ ਭਰਮ ਗਵਾਏ। ਤੇ ਵਿੱਚੋਂ ਭਰਮ ਗਵਾ ਦਿੰਦੀ ਇਹ ਬਾਣੀ ਹੈ ਜਿਹੜੀ। ਇਹ ਜਿਹੜੀ ਬਾਣੀ ਹੈ ਨਾ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹਦੇ ਵਿੱਚ ਤਿੰਨੇ ਚੀਜ਼ਾਂ ਮਹਾਰਾਜ ਨੇ ਮਿਲਾਈਆਂ ਹੋਈਆਂ ਨੇ। ਚਾਰੇ ਪ੍ਰਕਾਰ ਦੀ ਸੁਣ ਵੀ ਮਿਲਾਈ ਹੋਈ ਹੈ, ਇਹਦੇ ਵਿੱਚ ਉਹ ਸ਼ਬਦ ਵੀ ਮਿਲਾਇਆ ਹੋਇਆ ਜਿਹਨੂੰ ਮਹਾਰਾਜ ਕਹਿੰਦੇ ਅਲੱਖ ਸ਼ਬਦ ਹੈ, ਉਹ ਵੀ ਮਿਲਾਇਆ ਹੋਇਆ, ਤੇ ਇਹਦੇ ਵਿੱਚ ਅਨਹਦ ਨਾਦ ਵੀ ਮਿਲਾਇਆ ਹੋਇਆ। ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਇਹ ਤਿੰਨੇ ਚੀਜ਼ਾਂ ਉਹਦੇ ਅੰਦਰ ਪ੍ਰਗਟ ਹੋਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਇਹ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਬਾਣੀ ਦੇ ਵਿੱਚ ਭਰਮ ਨੂੰ ਗਵਾ ਦਿੰਦੀਆਂ ਹਨ। ਤਨ ਮਨ ਨਿਰਮਲ ਨਿਰਮਲ ਬਾਣੀ। ਮਹਾਰਾਜ ਕਹਿੰਦੇ ਨਿਰਮਲ ਬਾਣੀ ਦੇ ਅਭਿਆਸ ਦੇ ਨਾਲ ਗੁਰਮੁਖ ਦਾ ਤਨ ਤੇ ਮਨ ਪਵਿੱਤਰ ਹੋ ਜਾਂਦੇ ਹਨ। ਨਾਮੋ ਮਨ ਵਸਾਏ। ਕਹਿਣ ਲੱਗੇ ਨਾਮ ਦੁਆਰਾ ਹੀ ਇਹ ਤਤ ਜਿਹੜਾ ਅੰਦਰ ਵਸਦਾ ਗੁਰੂ ਕੇ ਸਿੱਖ ਦੇ। ਸ਼ਬਦ ਗੁਰੂ ਭਵ ਸਾਗਰ ਤਰੀਐ। ਹੁਣ ਮਹਾਰਾਜ ਕਹਿੰਦੇ ਗੁਰੂ ਕੇ ਸ਼ਬਦ ਦੇ ਵਿੱਚ ਜੁੜ ਕੇ ਭਵ ਸਾਗਰ ਤਰਿਆ ਜਾਂਦਾ ਐ ਸਿੱਧੂ। ਇਤ ਉਤ ਏਕੋ ਜਾਣੈ। ਇੱਥੇ ਤੇ ਉੱਥੇ ਲੋਕ ਤੇ ਪਰਲੋਕ ਵਿੱਚ ਇੱਕੋ ਨੂੰ ਜਾਣੋ ਗੁਰੂ ਕੇ ਪਿਆਰਿਓ। ਜਿਹਨ ਵਰਨ ਨਹੀਂ ਛਾਇਆ ਮਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦਾ ਕੋਈ ਵਰਨ ਚਿਹਨ ਨਹੀਂ ਹੈ, ਨਾ ਕੋਈ ਰੰਗ ਰੂਪ ਹੈ, ਨਾ ਸਰੀਰ ਹੈ, ਨਾ ਉਹਦੇ ਤੇ ਕੋਈ ਮਾਇਆ ਦਾ ਪ੍ਰਭਾਵ ਹੈ, ਤੇ ਨਾ ਉਹਦੀ ਛਾਇਆ ਬਣਦੀ ਹੈ। ਨਾਨਕ ਸ਼ਬਦ ਪਛਾਣੈ। ਮਹਾਰਾਜ ਕਹਿੰਦੇ ਉਹਨੂੰ ਕੇਵਲ ਸ਼ਬਦ ਦੁਆਰਾ ਹੀ ਪਹਿਚਾਨਿਆ ਜਾ ਸਕਦਾ ਹੈ। ਤ੍ਰੈਸਤ ਅੰਗੁਲ ਵਾਈ ਔਦੂ। ਮਹਾਰਾਜ ਸੱਚੇ ਪਾਤਸ਼ਾਹ ਹੁਣ ਕਹਿੰਦੇ ਵੀ ਤੁਸੀਂ ਪਿੱਛੇ ਜੇ ਪੁੱਛਿਆ ਸੀ ਕਿ 63 ਅੰਗੁਲ ਵਾਈ ਔਦੂ, ਹੇ ਵਿਰਕਤ ਜਿਹੜੀ 3 ਤੇ 7 10 ਉਂਗਲਾਂ ਵਾਈ ਹੈ ਔਦੂ, ਹੇ ਅਵਧੂ ਜੀ ਵਿਰਕਤ ਜੀ ਸੁਨ ਸੱਚ ਆਹਾਰੋ। ਉਹਦਾ ਜਿਹੜਾ ਆਹਾਰ ਏ ਉਹ ਸੁਨ ਹੈ ਤੇ ਸੱਚਾ ਨਾਮ ਹੈ। ਗੁਰਮੁਖ ਬੋਲੇ ਤਤ ਬਿਰੋਲੇ। ਗੁਰਮੁਖ ਉਸ ਸ਼ਬਦ ਨੂੰ ਬੋਲਦਾ, ਗੁਰੂ ਤੋਂ ਲੈ ਕੇ ਦੀਖਿਆ ਲੈ ਕੇ ਅਭਿਆਸ ਕਰਦਾ ਗੁਰਬਾਣੀ ਨਿਤਨੇਮ ਦਾ, ਤੇ ਤਤ ਬਰੋਲ ਲੈਂਦਾ, ਵਿੱਚੋਂ ਕੱਢ ਲੈਂਦਾ ਇਹਨਾਂ ਸਾਰੀਆਂ ਦਿਓਂ। ਕੀਨੈ ਅਲਖ ਅਪਾਰੋ। ਤੇ ਅਲਖ ਅਪਾਰ ਨੂੰ ਵੇਖਦਾ ਜਿਹੜਾ ਸੱਚਾ ਪਾਤਸ਼ਾਹ ਹੈ। ਤ੍ਰੈ ਗੁਣ ਮੇਟੈ ਸ਼ਬਦ ਵਸਾਏ। ਮਹਾਰਾਜ ਕਹਿੰਦੇ ਜਿਹੜਾ ਤਿੰਨਾਂ ਸੁਭਾਵਾਂ ਨੂੰ ਖਤਮ ਕਰ ਦਿੰਦਾ ਅੰਦਰੋਂ, ਰਜੋ ਤਮੋ ਤੇ ਸਤੋ ਨੂੰ,
ਤੇ ਗੁਰੂ ਕੇ ਸੁਭਾਅ ਨੂੰ ਅੰਦਰ ਵਸਾਉਂਦਾ ਸ਼ਬਦ ਨੂੰ। ਇੱਥੇ ਸ਼ਬਦ ਦੇ ਅਰਥ ਨੇ ਸੁਭਾਅ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਤਾ ਮਨ ਚੁਕੈ ਅਹੰਕਾਰੋ, ਤਾਂ ਮਨ ਦਾ ਹੰਕਾਰ ਚੁੱਕੈ ਖਤਮ ਹੋ ਜਾਂਦਾ ਹੈ। ਅੰਦਰ ਬਾਹਰ ਏਕੋ ਜਾਣੈ, ਅੰਦਰ ਤੇ ਬਾਹਰ ਇੱਕੋ ਵਾਹਿਗੁਰੂ ਨੂੰ ਜਿਹੜਾ ਜਾਣੇ ਸਮਝ ਲਵੇ, ਤਾ ਹਰ ਨਾਮ ਲੱਗੈ ਪਿਆਰੋ। ਤਾਂ ਹਰੀ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਗੁਰਮੁਖਾਂ ਦਾ। ਸੁਖਮਨਾ ਇੜਾ ਪਿੰਗੁਲਾ ਬੂਝੈ, ਮਹਾਰਾਜ ਕਹਿੰਦੇ ਬਈ ਇਹ ਜੇ ਗੁਰੂ ਕਾ ਸਿੱਖ ਅਭਿਆਸ ਦੇ ਵਿੱਚ ਸੁਖਮਣਾ, ਇੜਾ ਤੇ ਪਿੰਗਲਾ, ਇਹ ਤਿੰਨ ਨਾੜੀਆਂ ਮੰਨੀਆਂ ਗਈਆਂ ਨੇ। ਇਹ ਸਾਧ ਸੰਗਤ ਜੀ ਜਿਹੜੇ 6 ਚੱਕਰ ਨੇ ਸਰੀਰ ਦੇ ਜੋਗੀਆਂ ਨੇ ਮੰਨੇ ਨੇ। ਤੇ ਹੁਣ ਚੱਕਰ ਵੇਖੋ, ਭਾਵੇਂ ਸਰੀਰ ਜੋਗੀਆਂ ਦਾ, ਭਾਵੇਂ ਹਿੰਦੂ ਦਾ, ਭਾਵੇਂ ਮੁਸਲਮਾਨ ਦਾ, ਉਹ ਤਾਂ ਇੱਕੋ ਹੀ ਚੀਜ਼ ਹੋਵੇਗੀ ਨਾ। ਇਹ ਸੁਖਮਣਾ ਜਿਹੜੀ 2 ਨਾੜੀਆਂ ਪ੍ਰਤੱਖ ਨੇ, ਰੀੜ੍ਹ ਦੀ ਹੱਡੀ ਵਿੱਚ ਉੱਪਰ ਨੂੰ ਜਾਂਦੀਆਂ ਨੇ, 6 ਚੱਕਰਾਂ ਦੇ ਵਿੱਚੋਂ ਦੀ ਲੰਘ ਕੇ ਇਹ ਗੁਦਾ ਚੱਕਰ ਤੋਂ ਸ਼ੁਰੂ ਹੁੰਦੀਆਂ ਨੇ ਔਰ ਸਿੱਧੀਆਂ ਅੱਖਾਂ ਦੇ ਵਿਚਕਾਰ ਭਰਵੱਟਿਆਂ ਵਿੱਚ ਆਗਿਆ ਚੱਕਰ ਵਿੱਚ ਜਾਂਦੀਆਂ ਨੇ। ਇਹ 2 ਨਾੜੀਆਂ ਇੜਾ ਤੇ ਪਿੰਗਲਾ ਸੂਰਜ ਤੇ ਚੰਦਰਮਾ ਦੀਆਂ ਗਰਮੀ ਤੇ ਠੰਡ ਦੀਆਂ ਨੇ। ਔਰ ਸਾਧ ਸੰਗਤ ਜੀ ਦੋਵੇਂ ਨਾਸਕਾਂ ਨੇ, ਈੜਾ ਤੇ ਪਿੰਗਲਾ, ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਇੱਥੋਂ ਸਵਾਸ ਲੈਂਦੀਆਂ, ਖਿੱਚਦੀਆਂ ਆਕਸੀਜਨ ਇਹ ਨਾਸਾਂ ਦੇ ਵਿੱਚੋਂ। ਤੇ ਸੁਖਮਣਾ ਜਿਹੜੀ ਇਹਦਾ ਨਾਂ ਹੀ ਸੁਖਮਣਾ ਤਾਂ ਟਿਕਿਆ, ਸੂਖਸ਼ਮ ਨਾੜੀ ਹੈ। ਇਹ ਦਿਸਦੀ ਕੋਈ ਨਹੀਂ, ਨਜ਼ਰ ਨਹੀਂ ਆਉਂਦੀ। ਤੇ ਸਾਰੇ ਮਨ ਦੀਆਂ ਕਾਰਵਾਈਆਂ ਜਿਹੜੀਆਂ ਸੁਖਮਣਾ ਨਾੜੀ ਰਾਹੀਂ ਪੈਦਾ ਹੁੰਦੀਆਂ ਨੇ। ਨਾਮ ਸਿਮਰਨ ਦੇ ਨਾਲ ਸੁਖਮਣਾ ਬੜੀ ਪਾਵਰ ਫੜ ਜਾਂਦੀ, ਸ਼ਕਤੀ ਫੜ ਜਾਂਦੀ। ਫਿਰ ਉਹਦੇ ਵਿੱਚੋਂ ਹੋਰ ਬੜਾ ਲੰਮਾ ਚੌੜਾ ਜਿਹਾ ਪਸਾਰਾ ਇਹਦੇ ਵਿੱਚ ਹੁੰਦਾ ਹੈ। ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਬੁੱਝ ਲਵੇ। ਗੁਰੂ ਕਾ ਸਿੱਖ ਜਿਹੜਾ ਹੈ, ਨਾਮ ਜਪਣ ਵਾਲਾ, ਬੁੱਝ ਲੈਂਦਾ ਇਹਨਾਂ ਈੜਾ ਪਿੰਗਲਾ ਸੁਖਮਣਾ ਨੂੰ, ਜਿਹੜੀਆਂ ਰਜੋ ਤਮੋ ਸਤੋ ਗੁਣ ਦੇ ਨਾਲ ਸੰਬੰਧ ਰੱਖਦੀਆਂ ਨੇ। ਤੇ ਅੱਗੋਂ ਸਰੀਰ ਦੇ 3 ਜਿਹੜੇ ਪਿੱਤ ਵੱਤ, ਜਿਹੜੀ ਪਿੱਤ ਤੇ ਵਾਯੂ ਤੇ ਕਫ, ਇਹਨਾਂ ਨਾਲ ਇਹਨਾਂ ਦਾ ਸੰਬੰਧ ਹੈ। ਜਾਂ ਆਪੇ ਅਲਖ ਲਖਾਏ, ਜਿਹੜਾ ਆਪੇ ਕਰਕੇ ਕਿਰਪਾ ਕਰਕੇ ਇਸ ਅਲੱਖ ਚੀਜ਼ਾਂ ਨੂੰ ਜਿਹੜੀਆਂ ਦਿਸਦੀਆਂ ਨਹੀਂ, ਮਹਾਰਾਜ ਆਪ ਹੀ ਗਿਆਨ ਦੇ ਦੇਵੇ। ਨਾਨਕ ਤਿਹੋ ਤੇ ਉਪਰ ਸਾਚਾ, ਮਹਾਰਾਜ ਕਹਿੰਦੇ ਇਹਨਾਂ ਤਿੰਨਾਂ ਨੂੰ ਬੁੱਝ ਲਵੇ ਜ਼ਰੂਰ, ਪਰ ਇਹਨਾਂ ਨੂੰ ਖੋਲ ਕੇ ਨਾ ਸੋਚੇ ਵੀ ਮੈਂ ਕੁਝ ਬਣ ਗਿਆ। ਕਹਿੰਦੇ ਸਾਚਾ ਜਿਹੜਾ ਵਾਹਿਗੁਰੂ ਇਹਨਾਂ ਤਿੰਨਾਂ ਤੋਂ ਉੱਚਾ ਹੈ, ਇਹਨਾਂ ਤੋਂ ਉੱਪਰ ਹੈ ਉਹਦੀ ਅਵਸਥਾ। ਸਤਿਗੁਰ ਸ਼ਬਦ ਸਮਾਏ, ਜਿੱਥੇ ਸਤਿਗੁਰੂ ਦਾ ਸ਼ਬਦ ਲੈ ਕੇ ਜਾਂਦਾ ਉੱਥੇ ਕੋਈ ਜੋਗ ਮਤ ਨਹੀਂ ਲੈ ਕੇ ਜਾਂਦਾ, ਕੋਈ ਹੋਰ ਦੂਜਾ ਤੀਜਾ ਨਹੀਂ ਲੈ ਕੇ ਜਾ ਸਕਦਾ। ਉਹ ਗੁਰੂ ਕਾ ਸ਼ਬਦ ਹੀ ਉੱਥੋਂ ਤੱਕ ਪਹੁੰਚਾਉਂਦਾ ਸੁਰਤੀ ਨੂੰ। ਮਨ ਕਾ ਜੀਓ ਪਵਨ ਕਥੀਲੇ, ਜਿਹੜਾ ਮਨ ਦਾ ਜੀਓ ਹੈ ਨਾ, ਜਿਹੜਾ ਮਨ ਦਾ ਸਰੂਪ ਹੈ, ਮਨ ਕਾਹਦੇ ਨਾਲ ਪ੍ਰਸਥਾਨ ਕਰਦਾ ਹੈ, ਉਹ ਕਹਿੰਦੇ ਪਵਨ ਹੈ, ਸਵਾਸ ਹੈ, ਸਵਾਸ ਦੇ ਵਿੱਚ ਮਨ ਰਹਿੰਦਾ ਹੈ। ਪਵਨ ਕਹਾ ਰਸ ਖਾਏ, ਫਿਰ ਪਵਨ ਜਿਹੜੀ ਇਹ ਕਿੱਥੋਂ ਰਸ ਲੈਂਦੀ ਹੈ ਸਰੀਰ ਦੇ ਵਿੱਚੋਂ। ਗਿਆਨ ਕੀ ਮੁਦਰਾ ਕਵਨ ਔਦੂ, ਮਹਾਰਾਜ ਕਹਿੰਦੇ ਨੇ ਗਿਆਨ ਦੀ ਕੀ ਮੁਦਰਾ, ਕੀ ਪਰਿਭਾਸ਼ਾ, ਕੀ ਅਵਸਥਾ ਹੈ ਗਿਆਨ ਦੀ। ਸਿੱਧ ਕੀ ਕਵਨ ਕਮਾਏ, ਤੇ ਸਿੱਧ ਪੁਰਸ਼ ਦੀ ਕਮਾਈ ਕਿਹੜੀ ਏ, ਕਿਰਪਾ ਕਰਕੇ ਮਹਾਰਾਜ ਦੱਸ ਦਿਓ। ਫਿਰ ਸਵਾਲ ਕਰ ਦਿੱਤੇ ਇਹਨਾਂ ਨੇ। ਬਿਨ ਸ਼ਬਦੈ ਰਸ ਨ ਆਵੈ ਔਦੂ, ਮਹਾਰਾਜ ਫਿਰ ਜਵਾਬ ਦਿੰਦੇ ਨੇ। ਗੁਰੂ ਸਾਹਿਬ ਨੇ ਵੀ ਕੰਮ ਪੂਰਾ ਰੱਖਿਆ, ਕਹਿੰਦੇ ਸ਼ਬਦ ਹੀ ਕਹਿਣਾ ਜਦੋਂ ਕਹਿਣਗੇ। ਤੇ ਜਿਹੜਾ ਕਮਾਈ ਕਰੇਗਾ ਉਹਨੂੰ ਪਤਾ ਲੱਗ ਜਾਣਾ, ਬਾਕੀ ਪੜ੍ਹੀ ਚੱਲੋ, ਸੁਣੀ ਚੱਲੋ, ਸਾਰੇ ਕੋਈ ਫਰਕ ਨਹੀਂ ਪੈਣਾ। ਮਹਾਰਾਜ ਕਹਿੰਦੇ ਬਿਨ ਸ਼ਬਦੈ ਰਸ ਨਾ ਆਵੈ ਔਦੂ, ਹੇ ਔਦੂ, ਬਿਨਾਂ ਨਾਮ ਸਿਮਰਨ ਤੋਂ, ਅਭਿਆਸ ਤੋਂ, ਸ਼ਬਦ ਤੋਂ, ਬਾਣੀ ਦੀ ਕਮਾਈ ਕਰਨ ਤੋਂ ਬਿਨਾਂ ਇਹ ਰਸ ਨਹੀਂ ਆ ਸਕਦਾ ਕਦੀ। ਹਉਮੈ ਪਿਆਸ ਨ ਜਾਏ, ਕਦੀ ਹਉਮੈ ਦੀ ਪਿਆਸ ਨਹੀਂ ਜਾ ਸਕਦੀ ਅੰਦਰੋਂ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਜਿਹੜੇ ਗੁਰੂ ਕੇ ਸਿੱਖ ਗੁਰੂ ਕੇ ਸ਼ਬਦ ਦੇ ਅਭਿਆਸ ਦੇ ਵਿੱਚ, ਗੁਰੂ ਕੀ ਬਾਣੀ ਦੇ ਅਭਿਆਸ ਵਿੱਚ ਰਤੇ ਗਏ ਹਨ, ਉਹਨਾਂ ਅੰਮ੍ਰਿਤ ਰਸ ਸਰੂਪ ਪ੍ਰਾਪਤ ਕਰ ਲਿਆ ਹੈ। ਸੱਚੇ ਰਹੇ ਅਗਾਏ, ਉਹ ਸੱਚੇ ਨਾਮ ਵਿੱਚ ਜੁੜ ਕੇ ਅੰਦਰੋਂ ਤ੍ਰਿਪਤ ਹੋ ਗਏ ਹਨ, ਰੱਜ ਗਏ ਹਨ। ਕਵਨ ਬੁੱਧ ਜਿਤ ਅਸਥਿਰ ਰਹੀ ਹੈ, ਉਹ ਪੁੱਛਦੇ ਕਿਹੜੀ ਬੁੱਧੀ ਉਹ ਹੈ ਜਿਹਦੇ ਰਾਹੀਂ ਟਿਕਿਆ ਰਹੇ ਮਨ। ਕਿਤ ਭੋਜਨ ਤ੍ਰਿਪਤਾਸ ਹੈ, ਕਿਹੜੇ ਭੋਜਨ ਦੇ ਨਾਲ ਰੱਜ ਜਾਏ ਜੀਵਨ। ਨਾਨਕ ਦੁਖ ਸੁਖ ਸਮ ਕਰ ਜਾਪੈ, ਮਹਾਰਾਜ ਕਹਿੰਦੇ ਦੁੱਖ ਤੇ ਸੁੱਖ ਦੋਵੇਂ ਸਮ ਕਰਕੇ, ਬਰਾਬਰ ਕਰਕੇ ਜਾਪਣ। ਉਹ ਕਿਹੜੀ ਅਵਸਥਾ ਹੈ। ਸਤਿਗੁਰ ਤੇ ਕਾਲ ਨ ਗ੍ਰਸ ਹੈ, ਮਹਾਰਾਜ ਕਹਿੰਦੇ ਜੇ ਸਤਿਗੁਰੂ ਦੀ ਸਿੱਖਿਆ ਲਵੇ ਨਾ ਮਨੁੱਖ, ਗੁਰੂ ਕਾ ਸ਼ਬਦ ਕਮਾਏ ਬਾਣੀ, ਤੇ ਫਿਰ ਕਾਲ ਦੀ ਗ੍ਰਾਹੀ ਨਹੀਂ ਬਣਦਾ ਉਹ। ਰੰਗ ਨ ਰਾਤਾ ਰਸ ਨਹੀਂ ਮਾਤਾ। ਮਹਾਰਾਜ ਕਹਿੰਦੇ ਅੱਗੇ ਹੁਣ ਫਿਰ ਇੱਥੇ ਕੁਝ ਗੱਲਾਂ ਚੱਲਦੀਆਂ ਨੇ ਜਿਹਦੇ ਵਿੱਚ ਕਹਿੰਦੇ ਜੇ ਰੰਗ ਵਿੱਚ ਨਹੀਂ ਰਤਿਆ ਗਿਆ ਜੀਵਨ ਤੇ ਰਸ ਨਹੀਂ ਰਾਤਾ, ਫਿਰ ਸਮਝੋ ਕੋਈ ਰਸ ਨਹੀਂ ਆਇਆ। ਜੇ ਪ੍ਰੇਮ ਨਹੀਂ ਆਇਆ ਅੰਦਰ ਤੇ, ਕਿਉਂਕਿ ਰਸ ਤੇ ਇਹਨਾਂ ਨੂੰ ਵੀ ਟਪਕਦਾ ਸੀ ਨਾ, ਵੀ ਕਹਿੰਦੇ ਧਾਰ ਚੁੰਦੀ ਏ। ਭਾਵੇਂ ਸ਼ਾਮ ਨੂੰ ਘੁੱਟ ਲਾ ਕੇ ਬਹਿ ਜਾਂਦੇ ਸਨ ਕਈ, ਉਹ ਵੀ ਕਹਿੰਦੇ ਹਨ ਰਸ ਧਾਰ ਚੁੰਦੀ ਏ।
ਉਹ ਧਾਰ ਤੇ ਬੜਿਆਂ ਦੇ ਚੁੰਦੀ, ਜਿਹੜੇ ਆ ਪੀਂਦੇ ਸ਼ਰਾਬ ਵਾਲਿਆਂ ਦੀ ਵੀ ਚੁੰਦੀ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪਿਆਰ ਨਹੀਂ ਆਇਆ ਪਰਮਾਤਮਾ ਦਾ, ਸਮਝੋ ਰਸ ਵੀ ਨਹੀਂ ਆਇਆ। ਫਿਰ ਬਿਨ ਗੁਰ ਸ਼ਬਦੈ ਜਲ ਬਲ ਤਾਤਾ। ਜੇ ਗੁਰੂ ਕਾ ਸ਼ਬਦ ਨਹੀਂ ਜਪਿਆ, ਗੁਰੂ ਕੀ ਬਾਣੀ ਨਹੀਂ ਜਪੀ, ਤਾਂ ਫਿਰ ਸਮਝੋ ਜੀਵਨ ਸੜਦਾ ਬਲਦਾ ਤੱਤਾ ਹੀ ਹੈ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਮਝ ਲਓ ਫਿਰ ਬਿੰਦ ਰੱਖਣ ਦਾ ਕੋਈ ਫਾਇਦਾ ਨਹੀਂ ਜੇ ਸ਼ਬਦ ਨੂੰ ਭਾਖਿਆ ਨਹੀਂ, ਬੋਲਿਆ ਨਹੀਂ, ਜੇ ਨਾਮ ਦਾ ਅਭਿਆਸ ਨਹੀਂ ਕੀਤਾ। ਫਿਰ ਬਿੰਦ ਰੱਖ ਕੇ ਵੀ ਕੀ ਕਰ ਲੋਗੇ ਤੁਸੀਂ? ਬਿੰਦ ਦਾ ਮਤਲਬ ਵੀਰਜ ਹੈ, ਜਿਹਦੇ ਨਾਲ ਬੱਚੇ ਪੈਦਾ ਹੁੰਦੇ ਨੇ ਤੇ ਜੋਗੀ ਉਹਨੂੰ ਬਚਾ ਕੇ ਰੱਖਦੇ। ਕਹਿੰਦੇ ਫਿਰ ਕੀ ਫਾਇਦਾ ਹੈ ਜੇ ਨਾਮ ਨਹੀਂ ਜਪਿਆ ਤਾਂ? ਪਵਨ ਨਾ ਸਾਧਿਆ ਸਚ ਨਾ ਅਰਾਧਿਆ। ਜੇ ਸੱਚੇ ਨਾਮ ਨੂੰ ਨਹੀਂ ਅਰਾਧਿਆ ਫਿਰ ਸਮਝੋ ਪਵਨ ਵੀ ਨਹੀਂ ਸਾਧਿਆ ਤੁਸੀਂ, ਭਾਵ ਕੁਝ ਵੀ ਨਹੀਂ ਸਾਧਿਆ। ਫਿਰ ਅਕਥ ਕਥਾ ਲੈ ਸਮਕਰ ਰਹਿ। ਮਹਾਰਾਜ ਕਹਿੰਦੇ ਜੇ ਕੋਈ ਅਕਥ ਕਥਾ, ਜਿਹੜੀ ਵਾਹਿਗੁਰੂ ਦੀ ਐਸੀ ਕਥਾ ਜੋ ਕਥੀ ਨਹੀਂ ਜਾਂਦੀ ਤੇ ਸਮ ਦ੍ਰਿਸ਼ਟੀ ਪੈਦਾ ਕਰਦਾ ਜਿਹੜਾ, ਕਉ ਨਾਨਕ ਆਤਮ ਰਾਮ ਕਉ ਲਹੈ। ਫਿਰ ਉਹ ਆਤਮ ਰਾਮ ਨੂੰ ਪ੍ਰਾਪਤ ਕਰਦਾ ਜੋ ਅੰਦਰ ਬ੍ਰਹਮ ਸਰੂਪ ਹੈ। ਗੁਰ ਪ੍ਰਸਾਦੀ ਰੰਗੇ ਰਾਤਾ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਰੰਗ ਦੇ ਵਿੱਚ ਰੰਗਿਆ ਜਾਂਦਾ ਐਸਾ ਗੁਰਸਿੱਖ। ਅੰਮ੍ਰਿਤ ਪੀਆ ਸਾਚੇ ਮਾਤਾ। ਉਹਨੇ ਅੰਮ੍ਰਿਤ ਨਾਮ ਪੀ ਲਿਆ ਹੈ, ਸੱਚੇ ਵਿੱਚ ਮਸਤ ਹੋ ਗਈ ਸੁਰਤੀ ਉਹਦੀ। ਗੁਰ ਵਿਚਾਰੀ ਅਗਨ ਨਿਵਾਰੇ। ਗੁਰੂ ਕੇ ਵਿਚਾਰਾਂ ਰਾਹੀਂ ਤ੍ਰਿਸ਼ਨਾ ਦੀ ਅਗਰ ਨਿਵਾਰ ਦਿੱਤੀ। ਅਪਿਓ ਪੀਓ ਆਤਮ ਸੁਖ ਧਾਰੇ। ਨਾ ਪੀਤਾ ਜਾਣ ਵਾਲਾ ਅੰਮ੍ਰਿਤ ਪੀ ਲਿਆ ਨਾਮ, ਇਸ ਕਰਕੇ ਆਤਮ ਨੇ ਸੁਖ ਧਾਰਨ ਕੀਤਾ ਹੋਇਆ ਹੈ। ਸੱਚ ਅਰਾਧਿਆ ਗੁਰਮੁਖ ਤਰ ਤਾਰੇ। ਸੱਚੇ ਨਾਮ ਦੀ ਅਰਾਧਨਾ ਕਰਕੇ ਗੁਰਮੁਖ ਬਣ ਕੇ ਵਿਕਾਰਾਂ ਤੇ ਤਾਰੀ ਲਾ ਲਈ ਤਰ ਗਏ ਹਨ। ਨਾਨਕ ਬੁਝੈ ਕੋ ਵਿਚਾਰੇ। ਮਹਾਰਾਜ ਕਹਿੰਦੇ ਕੋਈ ਬਿਰਲਾ ਹੀ ਇਸ ਵਿਚਾਰ ਨੂੰ ਬੁੱਝਦਾ ਹੈ। ਇਹੋ ਮਨ ਮੈਗਲ ਕਹਾ ਬਸੀਆ ਲੈ। ਇੱਥੇ ਫਿਰ ਸਿੱਧਾ ਨੇ ਲਿਆ ਕੇ ਸਵਾਲ ਕਰ ਦਿੱਤਾ। ਕਹਿਣ ਲੱਗੇ ਇਹ ਮਨ ਮੈਗਲ ਹਾਥੀ ਵਰਗਾ ਕਿਹੜੀ ਥਾਂ ਤੇ ਵਸਦਾ ਹੈ? ਕਹਾ ਬਸੈ ਇਹੋ ਪਵਨਾ। ਤੇ ਇਹ ਪਵਨ ਕਿੱਥੇ ਵਸਦੀ ਜਿਹਦੇ ਤੇ ਮਨ ਸਵਾਰ ਰਹਿੰਦਾ ਅੱਠੇ ਪੈਰ? ਕਹਾ ਬਸੈ ਸੋ ਸ਼ਬਦ ਔਦੂ। ਹੇ ਵਿਰਕਤ ਜੀ, ਗੁਰੂ ਸਾਹਿਬ ਨੂੰ ਕਹਿੰਦੇ ਨੇ ਉਹ ਸ਼ਬਦ ਦਾ ਵਾਸਾ ਕਿੱਥੇ ਵੇ? ਮਹਾਰਾਜ ਕਈ ਵਾਰੀ ਜਵਾਬ ਦੇ ਚੁੱਕੇ ਨੇ, ਪਰ ਇਹ ਵੀ ਸਾਡੇ ਨਾਲ ਦੀ ਲੱਗਦੇ ਨੇ, ਪਤਾ ਇਹਨਾਂ ਨੂੰ ਵੀ ਕੋਈ ਨਹੀਂ ਲੱਗਦਾ ਪਿਆ। ਫਿਰ ਕਹੀ ਜਾਂਦੇ ਸ਼ਬਦ ਕਿੱਥੇ? ਪਹਿਲਾਂ 3 ਵਾਰੀ ਕਹਿ ਚੁੱਕੇ ਨੇ। ਕਹਿਣ ਲੱਗੇ ਕਹਾਂ ਬਸੈ ਸੋ ਸ਼ਬਦ ਔਦੂ, ਸ਼ਬਦ ਕਿੱਥੇ ਨਿਵਾਸ ਰੱਖਦਾ ਹੈ? ਤਾਕੋ ਚੁਕੈ ਮਨ ਕਾ ਭਵਨਾ। ਜਿਹਦੀ ਕਮਾਈ ਕਰਕੇ ਮਨ ਦੀ ਭਟਕਣਾ ਦੂਰ ਹੋ ਜਾਏ। ਨਦਰ ਕਰੇ ਤਾਂ ਸਤਿਗੁਰ ਮੇਲੇ। ਮਹਾਰਾਜ ਕਹਿੰਦੇ ਭਾਈ ਇਹ ਸਾਰੀਆਂ ਚੀਜ਼ਾਂ ਜਿਹੜੀ ਤੁਸੀਂ ਪੁੱਛਦੇ ਹੋ ਨਾ, ਇਕੱਲੀਆਂ ਦੱਸਣ ਨਾਲ ਨਹੀਂ ਪਤਾ ਲੱਗਣੀਆਂ। ਇਹ ਜੇ ਨਦਰ ਹੋ ਜਾਏ ਨਾ, ਤੁਹਾਡੀ ਸਿੱਖੀ ਕਮਾਓ, ਸਿੱਖ ਬਣੋ, ਨਾਮ ਜਪੋ। ਨਦਰ ਕਰੇ ਤਾਂ ਸਤਿਗੁਰੂ ਮੇਲੇ ਮੇਲ ਲਵੇ। ਜੇ ਸਤਿਗੁਰੂ ਗ੍ਰੰਥ ਸਾਹਿਬ ਤਾਂ ਨਿਜ ਕਰ ਵਾਸਾ ਇਹੋ ਮਨ ਪਾਏ। ਤਾਂ ਇਹ ਮਨ ਆਪਣੇ ਨਿਜ ਸਰੂਪ ਆਤਮ ਸਰੂਪ ਵਿੱਚ ਟਿਕ ਜਾਂਦਾ ਹੈ। ਆਪੇ ਆਪ ਖਾਏ ਤਾਂ ਨਿਰਮਲ ਹੋਵੇ। ਇਹ ਆਪਣੀ ਹਉਮੈ ਨੂੰ ਆਪ ਹੀ ਖਾ ਜਾਏ ਮਨ, ਤਾਂ ਪਵਿੱਤਰ ਹੁੰਦਾ ਹੈ। ਧਾਵਤ ਵਰਜ ਰਹਾਏ। ਭਟਕਣਾ ਨੂੰ ਵਰਜ ਕੇ ਰੋਕ ਦੇਵੇ ਮਨ ਦੇ ਖਿਆਲਾਂ ਨੂੰ। ਕਿਉ ਮੂਲ ਪਛਾਣੈ ਆਤਮ ਜਾਣੈ। ਮਹਾਰਾਜ ਕਹਿੰਦੇ ਨੇ ਕਿਉਂ ਮੂਲ ਪਛਾਣੈ ਆਤਮ ਜਾਣੈ। ਕਿਵੇਂ ਇਹ ਮੂਲ ਨੂੰ ਪਛਾਣੇ ਤੇ ਆਤਮਾ ਨੂੰ ਜਾਣ ਲਵੇ? ਕਿਉ ਸਸਕਰ ਸੂਰ ਸਮਾਵੈ। ਕਿਹੜਾ ਤਰੀਕਾ ਜਿਹਦੇ ਰਾਹੀਂ ਚੰਦਰਮਾ ਦੇ ਘਰ ਵਿੱਚ ਸੂਰਜ ਸਮਾ ਜਾਏ, ਯਾਨੀ ਕਿ ਗਰਮੀ ਦੇ ਠੰਡ ਦੇ ਵਿੱਚ ਗਰਮੀ ਜਿਹੜੀ ਹੈ ਤ੍ਰਿਸ਼ਨਾ ਦੀ ਅੱਗ ਨਾਮ ਵਿੱਚ ਆ ਕੇ ਠੰਡੀ ਹੋ ਜਾਏ। ਗੁਰਮੁਖ ਹਉਮੈ ਵਿੱਚ ਹੋ ਖੋਵੈ। ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਜੇ ਹਉਮੈ ਵਿੱਚੋਂ ਗਵਾ ਦੇਵੇ ਤਾਂ ਨਾਨਕ ਸਹਜ ਸਮਾਵੈ। ਤਾਂ ਹੀ ਸਹਿਜ ਵਿੱਚ ਸਮਾ ਸਕਦਾ ਮਨੁੱਖ। ਇਹੋ ਮਨ ਨਿਹਚਲ ਹਿਰਦੈ ਵਸੀਆ ਲੈ। ਫਿਰ ਇਹ ਮਨ ਨਿਹਚਲ ਹੋ ਜਾਂਦਾ ਹੈ ਔਰ ਹਿਰਦੇ ਵਿੱਚ ਨਿਵਾਸ ਰੱਖਦਾ ਪਿਆਰ ਦੇ ਟਿਕਾਣੇ ਤੇ। ਗੁਰਮੁਖ ਮੂਲ ਪਛਾਣ ਰਹਿ। ਗੁਰੂ ਕਾ ਸਿੱਖ ਗੁਰਮੁਖ ਬਣ ਕੇ ਫਿਰ ਆਪਣੇ ਮੂਲ ਨੂੰ ਪਛਾਣ ਲੈਂਦਾ ਆਤਮ ਨੂੰ। ਨਾਭ ਪਵਨ ਕਰ ਆਸਣ ਬੈਸੈ। ਫਿਰ ਨਾਭੀ ਦੇ ਘਰ ਪਵਨ ਦੇ ਥਾਂ ਤੇ ਟਿਕਾਣਾ ਬਣਾ ਕੇ ਬਹਿੰਦਾ ਮਨ। ਗੁਰਮੁਖ ਖੋਜਤ ਤਤ ਲਹੈ। ਗੁਰਮੁਖ ਬਣ ਕੇ ਖੋਜਦਿਆਂ ਨਾਮ ਤਤ ਦੀ ਪ੍ਰਾਪਤੀ ਕਰ ਲੈਂਦਾ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ। ਫਿਰ ਉਹ ਵੇਖਦਾ ਹੈ ਕਿ ਨਿਰੰਤਰ ਹੀ ਉਹ ਸ਼ਬਦ ਜਿਹੜਾ ਮੇਰੇ ਸਰੀਰ ਦੇ ਵਿੱਚ ਵਸਿਆ ਹੋਇਆ ਹੈ। ਤ੍ਰਿਪਵਨ ਜੋਤ ਸੋ ਸ਼ਬਦ ਲਹੈ। ਉਹ ਤਿੰਨਾਂ ਭਵਨਾਂ ਦੇ ਵਿੱਚ ਜੋਤ ਪ੍ਰਕਾਸ਼ ਹੋਇਆ ਬੈਠਾ ਸ਼ਬਦ। ਖਾਵੈ ਦੁਖ ਭੁਖ ਸਾਚੇ ਕੀ। ਉੱਥੇ ਫਿਰ ਸੱਚੇ ਨਾਮ ਨੂੰ ਜਪਣ ਦੀ ਭੁੱਖ ਲੱਗਦੀ ਜਿਹੜੀ ਸਾਰੇ ਦੁੱਖਾਂ ਨੂੰ ਖਾ ਜਾਂਦੀ ਹੈ। ਸਾਚੇ ਹੀ ਤ੍ਰਿਪਤਾਸ ਰਹਿ। ਔਰ ਸੱਚੇ ਨਾਮ ਦੇ ਨਾਲ ਜੁੜ ਕੇ ਤ੍ਰਿਪਤ ਹੋ ਜਾਂਦਾ ਗੁਰੂ ਕਾ ਸਿੱਖ। ਅਨਹਦ ਬਾਣੀ ਗੁਰਮੁਖ ਜਾਣੇ। ਮਹਾਰਾਜ ਕਹਿੰਦੇ ਅਨਹਦ ਬਾਣੀ ਜਿਹੜੀ
ਅੰਦਰ ਵੱਜ ਰਹੀ ਹੈ ਸਾਰਿਆਂ ਦੇ, ਉਹ ਗੁਰਮੁਖ ਬਣ ਕੇ ਜਾਣੀ ਹੈ ਗੁਰਸਿੱਖਾਂ ਨੇ। ਬਿਰਲੋ ਕੋ ਅਰਥ ਆਵੈ, ਕੋਈ ਬਿਰਲਾ ਹੀ ਉਹਦੇ ਅਰਥ ਕਰ ਸਕਦਾ ਵੀ ਕਿਵੇਂ ਦੀ ਹੈ। ਨਾਨਕ ਆਖੈ ਸੱਚ ਸੁਭਾਖੈ, ਮਹਾਰਾਜ ਕਹਿੰਦੇ ਨਾਨਕ ਆਖੈ ਸੱਚ ਸੁਭਾਖੈ। ਕਹਿੰਦੇ ਨਾਨਕ ਗੁਰੂ ਸਾਹਿਬ ਕਹਿੰਦੇ ਸੱਚੇ ਨਾਮ ਨੂੰ ਮੂੰਹ ਜਪੇ ਜੇ, ਸੱਚ ਰਪੈ ਰੰਗ ਕਬਹੂ ਨ ਜਾਵੈ। ਇਸ ਤਰ੍ਹਾਂ ਨਾਮ ਦਾ ਰੰਗ ਕਦੀ ਨਹੀਂ ਟੁੱਟਦਾ। ਸੋ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।